ਹੈਲੋ ਐਵਰੀਵਨ, ਵੈਲਕਮ ਬੈਕ ਟੂ ਮਾਈ YouTube ਚੈਨਲ। ਅੱਜ ਇਸ ਚੈਨਲ ਦੇ ਵਿੱਚ ਤੁਹਾਨੂੰ ਮੈਂ ਚੈਪਟਰ 1 ਜੈਂਡਰ ਬਾਇਸ, ਇਹ ਚੈਪਟਰ ਹੈਗਾ +1 ਕਲਾਸ ਦਾ। ਇਹਦੇ ਰਿਗਾਰਡਿੰਗ ਮੈਂ ਤੁਹਾਨੂੰ ਅੱਜ ਇਹਦੀ ਐਕਸਪਲੇਨੇਸ਼ਨ ਦੇਵਾਂਗੀ। ਪਹਿਲਾਂ ਟੈਕਸਟ ਬੁੱਕ ਤੋਂ, ਉਸ ਤੋਂ ਬਾਅਦ ਇਹਦੇ ਕੁਐਸਚਨ ਆਨਸਰਸ ਸੋਲਵ ਕਰਾਂਗੇ। ਠੀਕ ਹੈ, ਉਹ ਨੈਕਸਟ ਵੀਡੀਓ ਦੇ ਵਿੱਚ ਕੁਐਸਚਨ ਆਨਸਰਸ ਹੋਣਗੇ। ਇਸ ਵੀਡੀਓ ਦੇ ਵਿੱਚ ਚੈਪਟਰ ਆ। ਸੋ ਜੈਂਡਰ ਬਾਇਸ ਕੀ ਹੁੰਦਾ? ਵਿਤਕਰਾ, ਯਾਨੀ ਕਿ ਭੇਦਭਾਵ, ਫਰਕ। ਠੀਕ ਹੈ, ਤੇ ਜੈਂਡਰ ਮੀਨਸ ਕਿ ਜਿੱਦਾਂ ਮੇਲ ਐਂਡ ਫੀਮੇਲ, ਇਹਨਾਂ ਦੋਨਾਂ ਦੇ ਵਿੱਚ ਵਿਤਕਰਾ ਕਰਨਾ, ਭੇਦਭਾਵ ਕਰਨਾ। ਆ ਜੋ ਹੈਗਾ ਇਹ ਸਾਰਾ ਜਿਹੜਾ ਆਪਣਾ ਰਾਈਟਰ ਆ ਉਹਦੇ ਰਿਗਾਰਡਿੰਗ ਆ। ਇਹਨੂੰ ਤੁਸੀਂ ਇੱਕ ਵਾਰੀ ਗੋ ਥਰੂ ਹੋ ਜਾਈਓ। ਤੇ ਇਹ ਐਜ਼ ਸੱਚ ਆਪਾਂ ਨੂੰ ਇੰਨਾ ਨਹੀਂ ਆਉਣਾ ਹੁੰਦਾ ਕੁਐਸਚਨ ਪੇਪਰ ਦੇ ਵਿੱਚ, ਇਸ ਲਈ ਇਹਨੂੰ ਤੁਹਾਨੂੰ ਬੇਸਿਕ ਨੌਲੇਜ ਲਈ ਇੱਕ ਵਾਰੀ ਰੀਡ ਕਰ ਲਿਓ। ਸੋ ਸਾਡਾ ਮੇਨ ਚੈਪਟਰ ਜਿਹੜਾ ਸਟਾਰਟ ਹੁੰਦਾ ਉਹ ਇੱਥੋਂ ਹੁੰਦਾ। ਇਟ ਵਾਜ਼ ਲੌਂਗ ਟਾਈਮ ਅਗੋ, ਕਹਿੰਦੇ ਬਹੁਤ ਸਮੇਂ ਪੁਰਾਣੀ ਗੱਲ ਆ। I was young and bright, bold and idealistic. Bright ਹੁੰਦਾ ਲਾਇਕ, ਮਤਲਬ ਲਾਇਕ ਤੁਸੀਂ ਸਮਝ ਸਕਦੇ ਆ, ਇੰਟੈਲੀਜੈਂਟ। ਬੋਲਡ ਹੁੰਦਾ ਕਿ ਹਿੰਮਤੀ। ਆਈਡਲਿਸਟਿਕ ਹੁੰਦਾ ਆਦਰਸ਼ਵਾਦੀ, ਕਿ ਮੈਂ ਜਦੋਂ ਆਦਰਸ਼ਵਾਦੀ ਸੀ, ਲਾਇਕ ਸੀ ਤੇ ਹਿੰਮਤੀ ਸੀ, ਉਦੋਂ ਦੀ ਗੱਲ ਆ। I was in the final year of my master's course in computer science at the Indian Institute of Science in Bangalore, then known as Tata Institute। ਕਹਿੰਦੇ ਆ ਕਿ ਮੈਂ ਉਦੋਂ ਮਾਸਟਰ ਕੋਰਸ ਦੇ ਵਿੱਚ ਸੀ, ਫਾਈਨਲ ਈਅਰ ਦੇ ਵਿੱਚ। ਕਿਹੜੀ ਕੋਰਸ ਸੀਗਾ? ਕੰਪਿਊਟਰ ਸਾਇੰਸ ਐਟ ਦਾ ਇੰਡੀਅਨ ਇੰਸਟੀਟਿਊਟ ਆਫ ਸਾਇੰਸ। ਕਿ ਮੇਰੇ ਮੀਨਸ ਕਿ ਜਿੱਥੇ ਉਹ ਪੜ੍ਹਦੇ ਸੀਗੇ ਇੰਸਟੀਟਿਊਟ, ਉਹਦਾ ਨਾਮ ਸੀ ਇੰਡੀਅਨ ਇੰਸਟੀਟਿਊਟ ਆਫ ਸਾਇੰਸ। ਇੰਡੀਅਨ ਇੰਸਟੀਟਿਊਟ ਆਫ ਸਾਇੰਸ ਕਿਹੜੀ ਪਲੇਸ ਆ? ਇਨ ਬੈਂਗਲੌਰ। ਦਾ ਨੋਨ ਐਜ਼ ਦਾ ਟਾਟਾ ਇੰਸਟੀਟਿਊਟ। ਕਹਿੰਦੇ ਉਸ ਸਮੇਂ 'ਤੇ ਇਹ ਟਾਟਾ ਇੰਸਟੀਟਿਊਟ ਦੇ ਨਾਮ ਨਾਲ ਜਾਣੀ ਜਾਂਦੀ ਸੀ। ਲਾਈਫ ਵਾਜ਼ ਫੁੱਲ ਆਫ ਫਨ ਐਂਡ ਇੰਜੋਏ। ਮੇਰੀ ਜ਼ਿੰਦਗੀ ਕੀ ਸੀ? ਬੜੀ ਹੀ ਖੁਸ਼ੀਆਂ ਭਰੀ ਸੀ ਤੇ ਬੜੀ ਹੀ ਮਸਤੀ ਭਰੀ ਸੀ। I did not know what helplessness or injustice meant. Helplessness ਹੁੰਦਾ ਬੇਵਸੀ, ਇਨਜਸਟਿਸ ਹੁੰਦਾ ਅਨਿਆਂ। ਕਹਿੰਦੇ ਮੈਨੂੰ ਪਤਾ ਹੀ ਨਹੀਂ ਸੀ ਕਿ ਹੈਲਪਲੈਸਨੈਸ ਤੇ ਇਨਜਸਟਿਸ ਕੀ ਹੁੰਦਾ ਆ ਉਸ ਸਮੇਂ 'ਤੇ। ਠੀਕ ਹੈ, ਸੌਰੀ। ਨੈਕਸਟ ਹੈ ਜੀ, ਇਟ ਵਾਜ਼ ਪ੍ਰੋਬੈਬਲੀ the April of 1974। ਕਹਿੰਦੇ ਸਮਾਂ ਕਿਹੜਾ ਸੀ? 1974 ਦਾ। Bangalore was getting warm and gulmohars were blooming at the IISc campus। ਕਹਿੰਦੇ ਸਾਡੇ ਕੈਂਪਸ ਦੇ ਵਿੱਚ ਕੀ ਹੋ ਰਿਹਾ ਸੀ ਉਦੋਂ? ਕਿ ਜਿਹੜੇ ਗੁਲਮੋਹਰਸ ਆ, ਗੁਲਮੋਹਰ ਫਲਾਵਰਸ ਹੁੰਦੇ ਆ, ਗੁਲਮੋਹਰ ਦੇ ਫੁੱਲ ਖਿਲ ਰਹੇ ਸੀਗੇ ਤੇ ਨਾਲੇ ਉਦੋਂ ਗਰਮੀ ਦਾ ਸਮਾਂ ਸੀਗਾ। I was the only girl in my postgraduate department and was staying at the ladies hostel। ਕਹਿੰਦੇ ਮੈਂ ਸਿਰਫ ਇੱਕੋ ਹੀ ਇੱਕ ਲੜਕੀ ਸੀਗੀ ਜਿਹੜੀ ਕਿ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਦੇ ਵਿੱਚ ਸੀ ਅਤੇ ਮੈਂ ਲੇਡੀਜ਼ ਹੋਸਟਲ ਦੇ ਵਿੱਚ ਰਹਿ ਰਹੀ ਸੀ। Other girls were pursuing research in different departments of science। ਡਿਪਾਰਟਮੈਂਟਸ ਕੀ ਹੁੰਦੇ ਆ? ਵਿਭਾਗ। ਕਿ ਬਾਕੀ ਦੇ ਜਿਹੜੇ ਆ ਗਰਲਸ ਸੀਗੀਆਂ, ਪਰਸਿਊਇੰਗ ਹੁੰਦਾ ਕੰਟੀਨਿਊ ਕਰਨਾ। ਕਹਿੰਦੇ ਬਾਕੀ ਦੀਆਂ ਲੜਕੀਆਂ ਕੰਟੀਨਿਊ ਕਰ ਰਹੀਆਂ ਸੀ ਰਿਸਰਚ ਨੂੰ, ਕਿ ਉਹ ਰਿਸਰਚ ਦੇ ਵਿੱਚ ਕੰਮ ਕਰਦੀਆਂ ਸੀ। ਬਟ ਮੈਂ ਕੀ ਕਰਦੀ ਸੀਗੀ? ਮੈਂ ਪੋਸਟ ਗ੍ਰੈਜੂਏਟ ਕਰਦੀ ਸੀ। ਇਹ ਸਾਰੀਆਂ ਗੱਲਾਂ ਸੁਧਾ ਮੂਰਤੀ ਆਪਣੇ ਬਾਰੇ ਦੱਸ ਰਹੇ ਆ। ਠੀਕ ਹੈ, ਜਿਹੜੇ ਕਿ ਇਸ ਚੈਪਟਰ ਦੇ ਔਥਰ ਵੀ ਆ। Next paragraph, I was looking forward to going abroad to complete a doctorate in computer science। ਕਹਿੰਦੇ ਮੈਂ ਸੋਚ ਰਹੀ ਸੀ ਕਿ ਮੈਂ ਅਬਰੋਡ ਜਾਵਾਂ, ਬਾਹਰ ਜਾਵਾਂ, ਕਿ ਮੈਂ ਆਪਣੀ ਡਾਕਟਰੇਟ ਜਿਹੜੀ ਆ ਕੰਪਿਊਟਰ ਸਾਇੰਸ ਦੇ ਵਿੱਚ ਕੰਪਲੀਟ ਕਰ ਲਵਾਂ। I had been offered scholarship from universities in the US। ਕਹਿੰਦਾ ਮੈਨੂੰ US ਦੇ ਵਿੱਚੋਂ ਕਹਿ ਰਹੇ ਆ ਉਹ ਕਿ ਮੈਨੂੰ US ਦੇ ਵਿੱਚੋਂ ਯੂਨੀਵਰਸਿਟੀਜ਼ ਜਿਹੜੀਆਂ ਸੀ ਉਹ ਸਕੋਲਰਸ਼ਿਪ ਵੀ ਦੇ ਰਹੀਆਂ ਸੀ ਇਸ ਦੇ ਲਈ। ਆਈ ਹੈਡ ਨਾਟ ਥਾਟ ਆਫ ਟੇਕਿੰਗ ਅਪ ਅ ਜੋਬ ਇਨ ਇੰਡੀਆ। ਕਹਿੰਦੇ ਮੇਰਾ ਕੋਈ ਆਈਡੀਆ ਨਹੀਂ ਸੀ ਕਿ ਮੈਂ ਇੰਡੀਆ ਦੇ ਵਿੱਚ ਜੋਬ ਕਰੂੰਗੀ। ਵਨ ਡੇ ਵਾਈਲ
On the way to my hostel from our lecture hall complex, I saw an advertisement on the notice board. ਜਦੋਂ ਕਹਿੰਦੇ ਕਿ ਮੈਂ ਆਪਣੇ ਹੋਸਟਲ ਤੋਂ ਲੈਕਚਰ ਹਾਲ ਵੱਲ ਜਾ ਰਹੀ ਸੀ ਤਾਂ ਮੈਂ ਇੱਕ ਐਡਵਰਟੀਜ਼ਮੈਂਟ ਦੇਖੀ। ਐਡਵਰਟੀਜ਼ਮੈਂਟ ਕੀ ਹੁੰਦਾ ਆ? ਐਡ, ਮਸ਼ਹੂਰੀ। ਕਹਿੰਦੇ ਮੈਂ ਇੱਕ ਮਸ਼ਹੂਰੀ ਦੇਖੀ ਆ ਕਿੱਥੇ? ਔਨ ਨੋਟਿਸ ਬੋਰਡ ਦੇ ਉੱਤੇ। ਨੋਟਿਸ ਬੋਰਡ 'ਤੇ ਮੈਂ ਇੱਕ ਐਡ ਦੇਖੀ ਆ। It was a standard job requirement notice from the famous automobile company Telco, now Tata Motors. ਕਹਿੰਦੇ ਉਹ ਜਿਹੜੀ ਐਡਵਰਟਾਈਜ਼ਮੈਂਟ ਸੀਗੀ ਉਹ ਕਿਹਦੇ ਨਾਲ ਰਿਲੇਟਡ ਸੀਗੀ? ਇੱਕ ਵਧੀਆ ਸਟੈਂਡਰਡ ਜੋਬ ਦੇ ਨਾਲ ਰਿਲੇਟਡ ਸੀਗੀ ਕਿ ਕਿਸੇ ਮੀਨਸ ਕਿ ਉਹਨਾਂ ਨੂੰ ਜੋਬ ਦੀ ਰਿਕੁਆਇਰਮੈਂਟ ਦੇ ਰਿਗਾਰਡਿੰਗ ਸੀ। ਕਿਹੜੀ ਕੰਪਨੀ ਵੱਲੋਂ? ਟੈਲਕੋ ਚੋਂ, ਜਿਹਨੂੰ ਹੁਣ ਕਿਹਦੇ ਨਾਮ ਨਾਲ ਜਾਣਿਆ ਜਾਂਦਾ? ਟਾਟਾ ਮੋਟਰਸ। ਇਟ ਸਟੇਟਡ ਦੈਟ ਦ ਕੰਪਨੀ ਰਿਕੁਆਇਰਡ ਯੰਗ ਬ੍ਰਾਈਟ ਇੰਜੀਨੀਅਰਸ। ਬ੍ਰਾਈਟ ਉਹੀ, ਬ੍ਰਾਈਟ ਮੀਨਸ ਕੀ? ਹੁਸ਼ਿਆਰ। ਯੰਗ ਤਾਂ ਸਭ ਨੂੰ ਪਤਾ ਹੀ ਹੈ ਨਾ, ਜਵਾਨ। ਉਹਨਾਂ ਦੀ ਕੀ ਰਿਕੁਆਇਰਮੈਂਟ ਸੀ? ਕਿ ਜਵਾਨ ਹੋਵੇ, ਬ੍ਰਾਈਟ ਹੋਵੇ, ਬ੍ਰਾਈਟ ਇੰਜੀਨੀਅਰਸ ਹੋਣ, ਹਾਰਡ ਵਰਕਿੰਗ ਹੋਵੇ ਐਂਡ ਵਿਦ ਐਨ ਐਕਸੀਲੈਂਟ ਐਕੈਡੈਮਿਕ ਬੈਕਗਰਾਊਂਡ, ਕਿ ਜਿਹਦਾ ਬੈਕਗਰਾਊਂਡ ਐਕੈਡੈਮਿਕ ਦੇ ਵਿੱਚ ਐਕਸੀਲੈਂਟ ਹੋਵੇ। ਐਕਸੀਲੈਂਟ ਬਹੁਤ ਵਧੀਆ, ਐਕੈਡੈਮਿਕ ਪੜ੍ਹਾਈ ਦੇ ਵਿੱਚ। At the bottom was a small line, lady candidates need not apply. ਕਹਿੰਦੇ ਅੰਤ ਦੇ ਉੱਤੇ ਇੱਕ ਲਾਈਨ ਲਿਖੀ ਹੋਈ ਸੀਗੀ। ਉਹ ਲਾਈਨ ਕਿਹੜੀ ਸੀਗੀ? ਕਿ ਲੇਡੀਜ਼ ਕੈਂਡੀਡੇਟ ਨੂੰ ਅਪਲਾਈ ਕਰਨ ਦੀ ਕੋਈ ਲੋੜ ਨਹੀਂ ਹੈ। I read it and was very upset. ਜਦੋਂ ਕਹਿੰਦੇ ਮੈਂ ਇਸ ਚੀਜ਼ ਨੂੰ ਰੀਡ ਕੀਤਾ ਤਾਂ ਮੈਂ ਬੜੀ ਹੀ ਅਪਸੈਟ ਹੋ ਗਈ ਕਿ ਲੇਡੀ ਕੈਂਡੀਡੇਟ ਕਿਉਂ ਨਹੀਂ ਕੰਮ ਕਰ ਸਕਦੀਆਂ, ਰਾਈਟ। For the first time in my life, I was up against gender discrimination. ਕਹਿੰਦੇ ਮੇਰੀ ਜ਼ਿੰਦਗੀ ਦੇ ਵਿੱਚ ਮੈਂ ਪਹਿਲੀ ਵਾਰੀ ਜੈਂਡਰ ਡਿਸਕ੍ਰਿਮੀਨੇਸ਼ਨ ਦੇ ਅਗੇਂਸਟ ਹੋਈ ਹਾਂ। ਜੈਂਡਰ ਡਿਸਕ੍ਰਿਮੀਨੇਸ਼ਨ ਕੀ ਹੁੰਦਾ? ਜਿੱਦਾਂ ਕਿ ਜੈਂਡਰ ਬਾਇਸ। ਡਿਸਕ੍ਰਿਮੀਨੇਸ਼ਨ ਮੀਨਸ ਬਾਇਸ। ਬਾਇਸ ਯਾਨੀ ਕਿ ਵਿਤਕਰਾ ਕਰਨਾ, ਡਿਸਕ੍ਰਿਮੀਨੇਟ ਕਰਨਾ, ਠੀਕ ਹੈ, ਭੇਦਭਾਵ ਕਰਨਾ। Though I was not keen on taking up the job, ਭਾਵੇਂ ਮੈਂ ਉਸ ਜੋਬ ਨੂੰ ਲੈਣ ਲਈ ਕੋਈ ਵੀ ਮੇਰਾ ਇੰਟਰਸਟ ਨਹੀਂ ਸੀ, I saw it as a challenge. ਕਹਿੰਦੇ ਪਰ ਮੈਂ ਇਸ ਚੀਜ਼ ਨੂੰ ਕੀ ਮੰਨਿਆ? ਇੱਕ ਚੁਣੌਤੀ ਦੇ ਤੌਰ ਤੇ ਲਿਆ ਮੈਂ। I had done extremely well in academics, better than most of my male peers. ਕਹਿੰਦੇ ਕਿ ਮੇਰੀ ਜਿਹੜੀ ਸਟੱਡੀ ਸੀ ਉਹਦੇ ਵਿੱਚ ਮੈਂ ਬਹੁਤ ਐਕਸਟ੍ਰੀਮਲੀ ਹੁੰਦਾ, ਬਹੁਤ ਜ਼ਿਆਦਾ ਵਧੀਆ ਕੀਤਾ ਸੀਗਾ। ਮਤਲਬ ਕਿ ਵਧੀਆ ਸੀ ਮੇਰੀ ਐਕੈਡੈਮਿਕਸ ਜਿਹੜੀ ਸੀ, ਪੜ੍ਹਾਈ ਵਧੀਆ ਸੀ, ਅੱਛੇ ਮਾਰਕਸ ਆਉਂਦੇ ਸੀ। ਕਹਿੰਦੇ ਈਵਨ ਕਿ ਇੰਨੇ ਅੱਛੇ ਆਉਂਦੇ ਸੀ ਕਿ ਮੇਲ ਪੀਅਰਸ ਕੀ ਹੁੰਦਾ? ਸਾਥੀ, ਦੋਸਤ, ਠੀਕ ਹੈ, ਕਿ ਮੇਰੇ ਆਪ ਦੇ ਜਿਹੜੇ ਪੀਅਰ ਸੀਗੇ ਉਹਨਾਂ ਤੋਂ ਵੀ ਜ਼ਿਆਦਾ ਬੈਟਰ ਮੇਰੇ ਮਾਰਕਸ ਹੁੰਦੇ ਸੀਗੇ ਮੇਲ ਪੀਅਰਸ ਤੋਂ। ਲਿਟਲ ਡਿਡ ਆਈ ਨੋ ਦੈਨ ਦੈਟ in real life academic excellence is not enough to be successful. ਕਹਿੰਦੇ ਮੈਨੂੰ ਉਦੋਂ ਅਹਿਸਾਸ ਹੋਇਆ ਕਿ ਜ਼ਿੰਦਗੀ ਦੇ ਵਿੱਚ, ਅਸਲੀ ਜ਼ਿੰਦਗੀ 'ਚ, ਰੀਅਲ ਲਾਈਫ ਦੇ ਵਿੱਚ ਸਿਰਫ ਐਕੈਡੈਮਿਕਸ ਦੇ ਵਿੱਚ ਐਕਸੀਲੈਂਟ ਹੋਣਾ ਜ਼ਰੂਰੀ ਨਹੀਂ ਆ ਜੇਕਰ ਤੁਸੀਂ ਸਕਸੈਸ ਹੋਣਾ ਚਾਹੁੰਦੇ ਹੋ। ਆਫਟਰ ਰੀਡਿੰਗ ਦਾ ਨੋਟਿਸ ਆਈ ਵੈਂਟ ਫਿਊਮਿੰਗ ਟੂ ਮਾਈ ਰੂਮ। ਫਿਊਮਿੰਗ ਹੁੰਦਾ ਗੁੱਸੇ ਨਾਲ। ਕਹਿੰਦੇ ਉਸ ਨੋਟਿਸ ਨੂੰ ਰੀਡ ਕਰਨ ਤੋਂ ਬਾਅਦ ਬਹੁਤ ਗੁੱਸੇ ਦੇ ਵਿੱਚ ਆ ਗਈ ਅਤੇ ਮੈਂ ਆਪਣੇ ਕਮਰੇ ਦੇ ਵਿੱਚ ਚਲੀ ਗਈ। I decided to inform the topmost person in Telco's management about the injustice the company was perpetrating. ਕਹਿੰਦੇ perpetrating ਹੁੰਦਾ ਅਪਰਾਧ ਕਰਨਾ, ਕੋਈ ਪਾਪ, ਕੋਈ sin, ਠੀਕ ਹੈ। ਉਹ ਇਸ ਚੀਜ਼ ਨੂੰ ਪਾਪ ਮੰਨਦੀ ਸੀਗੀ। ਜਿਹੜੇ ਆਪਣੇ ਸੁਧਾ ਮੂਰਤੀ ਆ ਉਹ ਇਸ ਚੀਜ਼ ਨੂੰ ਇੱਕ ਅਪਰਾਧ ਮੰਨਦੇ ਸੀਗੇ। ਉਹ ਕਹਿੰਦੇ ਆ ਕਿ ਮੈਂ ਡਿਸਾਈਡ ਕੀਤਾ ਕਿ ਮੈਂ ਇਸ ਚੀਜ਼ ਬਾਰੇ ਜਿਹੜਾ ਟੈਲਕੋ ਦੇ ਮੈਨੇਜਮੈਂਟ ਆ ਮੈਂ ਉਹਨਾਂ ਨੂੰ ਦੱਸਾਂ ਕਿ ਉਹਨਾਂ ਦੀ ਕੰਪਨੀ ਕਿੱਦਾਂ ਇਹ ਅਪਰਾਧ ਕਰ ਸਕਦੀ ਆ। I got a postcard and started to write, but there was a problem. ਮੈਂ ਕਹਿੰਦੇ ਇੱਕ ਪੋਸਟ ਕਾਰਡ ਲਿਆ ਅਤੇ ਮੈਂ ਲਿਖਣਾ ਸ਼ੁਰੂ ਕਰ ਦਿੱਤਾ। ਪੋਸਟ ਕਾਰਡ ਸਮਝਦੇ ਹੋ ਨਾ? ਪੱਤਰ ਮੰਨ ਲਓ ਕਿ ਮੈਂ ਲਿਖਣਾ ਸ਼ੁਰੂ ਕਰ ਦਿੱਤਾ। ਜਿੱਦਾਂ ਲੈਟਰ ਲਿਖਣ ਦੇ ਲਈ ਪੋਸਟ ਕਾਰਡ 'ਤੇ ਲਿਖਣਾ ਪੈਂਦਾ, ਜਿਹਨੂੰ ਪੋਸਟ ਕਰੀਏ, ਮਤਲਬ ਇੱਕ ਵਧੀਆ ਵੇ ਹੈ ਉਹਦੇ 'ਤੇ ਲਿਖਣ ਦੇ ਲਈ।
ਬਟ देयर वॉज अ प्रॉब्लम ਕਹਿੰਦੇ ਪਰ ਇੱਕ ਪ੍ਰੋਬਲਮ ਸੀ। ਕਿਹੜੀ ਪ੍ਰੋਬਲਮ ਸੀ? I did not know who headed telco। ਕਹਿੰਦੇ ਮੈਨੂੰ ਪਤਾ ਹੀ ਨਹੀਂ ਸੀ ਕਿ ਟੈਲਕੋ ਦਾ ਮੁਖੀਆ ਕੌਣ ਆ, ਜਿਹਨੂੰ ਮੈਂ ਲੈਟਰ ਲਿਖਣੀ ਆ, ਜਿਹਨੂੰ ਮੈਂ ਕੰਪਲੇਨ ਕਰਨੀ ਆ। I thought it must be one of the Tatas। ਕਹਿੰਦੇ ਮੈਨੂੰ ਇੱਦਾਂ ਲੱਗਾ ਕਿ ਜ਼ਰੂਰ ਇਹ ਟਾਟਾ ਕੰਪਨੀ ਅੱਜ ਦੇ ਟਾਈਮ 'ਚ ਵੀ ਬਹੁਤ ਮਸ਼ਹੂਰ ਆ। ਟਾਟਾਸ ਦੇ ਨਾਲ ਰਿਲੇਟਡ ਜਿਹੜੀ ਆ ਮੀਨਸ ਕਿ ਇਹ ਕੋਈ ਕੰਪਨੀ ਉਹਨਾਂ ਦੇ ਨਾਲ ਰਿਲੇਟ ਜ਼ਰੂਰ ਕਰਦੀ ਹੋਵੇਗੀ। I knew JRD Tata was the head of the Tata Group। ਕਹਿੰਦੇ ਮੈਨੂੰ ਇੰਨਾ ਪਤਾ ਸੀ ਕਿ JRD ਟਾਟਾ ਜਿਹੜੇ ਆ ਉਹ ਹੈਡ ਆ ਟਾਟਾ ਗਰੁੱਪ ਦੇ। I had seen his pictures in newspapers। Actually, Sumant Moolgokar was the company's chairman then। ਕਹਿੰਦੇ ਉਸ ਸਮੇਂ ਤੇ ਸੁਮੰਤ ਮੂਲਗੋਕਰ ਜਿਹੜੇ ਆ ਉਹ ਚੇਅਰਮੈਨ ਸੀਗੇ ਉਸ ਕੰਪਨੀ ਦੇ। ਤੇ ਕਹਿੰਦੇ ਮੈਂ JRD ਟਾਟਾ ਜੀ ਦੀਆਂ ਪਿਕਚਰਸ ਜਿਹੜੀਆਂ ਨੇ ਉਹ ਮੈਂ ਨਿਊਜ਼ਪੇਪਰਸ ਤੇ ਦੇਖੀਆਂ ਹੋਈਆਂ ਸੀ। I took the card। ਕਹਿੰਦੇ ਮੈਂ ਕਾਰਡ ਲਿਆ, addressed it to JRD and started writing। JRD ਦਾ ਐਡਰੈਸ ਫਿਲ ਕੀਤਾ ਤੇ ਮੈਂ ਲੈਟਰ ਜਿਹੜਾ ਲਿਖਣਾ ਸਟਾਰਟ ਕਰ ਦਿੱਤਾ। ਟੂ ਦਿਸ ਡੇ ਮਤਲਬ ਹੁਣ ਤੱਕ, ਹਲੇ ਤੱਕ, ਹਜੇ ਤੱਕ ਵੀ ਮੈਨੂੰ ਕਹਿੰਦੇ ਆਈ ਰਿਮੈਂਬਰ ਕਲੀਅਰਲੀ ਵਟ ਆਈ ਰੋਟ। ਹਲੇ ਤੱਕ ਵੀ ਕਹਿੰਦੇ ਮੈਨੂੰ ਯਾਦ ਆ, ਰਿਮੈਂਬਰ ਲਿਖਿਆ ਨਾ, ਯਾਦ, ਕਲੀਅਰਲੀ ਰਿਮੈਂਬਰ ਆ ਕਿ ਉਹਦੇ ਵਿੱਚ ਮੈਂ ਕੀ ਲਿਖਿਆ ਸੀ। ਦ ਗ੍ਰੇਟ ਟਾਟਾਸ ਹੈਵ ਆਲਵੇਜ਼ ਬੀਨ ਪਾਇਨੀਅਰਡ। ਪਾਇਨੀਅਰਸ ਹੁੰਦਾ ਆ ਯਾਨੀ ਕਿ ਪ੍ਰਧਾਨ ਹੋਣਾ, ਮਤਲਬ ਮੇਨ ਲੀਡਰ ਕਰਨਾ, ਸਾਰਿਆਂ ਤੋਂ ਅੱਗੇ ਜਾਣਾ। ਕਹਿੰਦੇ ਦਾ ਗ੍ਰੇਟ ਟਾਟਾਸ ਹਮੇਸ਼ਾ ਤੋਂ ਹੀ ਬਾਕੀ ਕੰਪਨੀਜ਼ ਨਾਲੋਂ ਅੱਗੇ ਰਹੇ ਆ, ਪ੍ਰਧਾਨ ਰਹੇ ਆ ਇਹਨਾਂ ਬਿਜ਼ਨਸ। They are the people who started the basic infrastructure industries in India। ਕਹਿੰਦੇ ਉਹ ਲੋਕ ਆ ਟਾਟਾਸ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਸੀਗੀ ਇੰਡਸਟਰੀਜ਼ ਦੀ ਇੰਡੀਆ ਦੇ ਵਿੱਚ, such as iron and steel, chemicals, textiles and locomotives। locomotives ਹੁੰਦਾ ਕਿ ਗੱਡੀਆਂ ਦੇ ਇੰਜਨ ਵਗੈਰਾ। ਕਹਿੰਦੇ ਇਹ ਸਾਰੀਆਂ ਚੀਜ਼ਾਂ ਦੀਆਂ ਉਹਨਾਂ ਨੇ ਸ਼ੁਰੂਆਤਾਂ ਕੀਤੀਆਂ ਆ, ਆਇਰਨ ਦੀ ਮਤਲਬ ਲੋਹੇ ਦੀ, ਸਟੀਲ ਦੀ, ਕੈਮੀਕਲਸ ਦੀ, ਟੈਕਸਟਾਈਲਸ ਹੁੰਦਾ ਕੱਪੜੇ ਦੀ। ਦੇ ਹੈਵ cared for higher education in India since 1900 and they were responsible for the establish ਹੁੰਦਾ ਕਿਸੇ ਚੀਜ਼ ਦਾ, ਕਿਸੇ ਚੀਜ਼ ਨੂੰ ਸਥਾਪਿਤ ਕਰਨਾ, ਐਸਟੈਬਲਿਸ਼ ਕਰਨਾ, establishment of the Indian Institute of Science। ਕਹਿੰਦੇ ਉਹਨਾਂ ਨੇ ਹਾਇਰ ਐਜੂਕੇਸ਼ਨ ਦਾ ਧਿਆਨ ਰੱਖਿਆ ਇੰਡੀਆ ਦੇ ਵਿੱਚ। ਕਦੋਂ ਤੋਂ? 1900 ਤੋਂ। ਤੇ ਉਹ ਰਿਸਪੌਂਸੀਬਲ ਮੰਨੇ ਗਏ ਆ ਇਹਨਾਂ ਚੀਜ਼ਾਂ ਦੇ ਲਈ। ਤੇ ਕਹਿੰਦੇ ਸਾਇੰਸ, ਇੰਡੀਅਨ ਇੰਸਟੀਚਿਊਟ ਆਫ ਸਾਇੰਸ ਦੀ ਸਥਾਪਨਾ ਵੀ ਉਹਨਾਂ ਨੇ ਹੀ ਕੀਤੀ ਸੀ। ਫੋਰਚੂਨੇਟਲੀ ਆਈ ਸਟੱਡੀ ਦੇਅਰ। ਕਹਿੰਦੇ ਮੈਂ ਬਹੁਤ ਕਿਸਮਤ ਵਾਲੀ ਮੰਨਦੀ ਹਾਂ ਕਿ ਮੈਂ ਇੱਥੇ ਪੜ੍ਹਾਈ ਕੀਤੀ ਆ। ਕਿੱਥੇ? ਇੰਡੀਅਨ ਇੰਸਟੀਚਿਊਟ ਆਫ ਸਾਇੰਸ ਦੇ ਵਿੱਚ। But I am surprised how a company such as Telco is discriminating on the basis of gender। ਕਹਿੰਦੀ ਮੈਂ ਬੜੀ ਹੈਰਾਨ ਹੋਈ ਆ ਕਿ ਇਹਨਾਂ ਨੇ ਇੱਕ ਟੈਲਕੋ ਵਰਗੀ ਕੰਪਨੀ ਜਿਹੜੀ ਆ, ਇਹਨਾਂ ਨੇ ਡਿਸਕ੍ਰਿਮੀਨੇਟ ਕੀਤਾ ਇੱਕ ਕਿੱਦਾਂ ਦੀ ਚੀਜ਼ ਦੇ ਲਈ? ਜੈਂਡਰ ਦੇ ਉੱਤੇ ਬਾਇਸ ਕੀਤਾ ਇਹਨਾਂ ਨੇ, ਕਿ ਜੈਂਡਰ ਦੇ ਵਿੱਚ ਵਿਤਕਰਾ ਕੀਤਾ। ਮਤਲਬ ਇੱਕ ਐਡੇ ਟੌਪ ਜਿਹੜੀ ਕਲਾਸ ਦੇ ਵਿੱਚ ਜਾ ਰਹੀ ਹੈ ਇੱਕ ਇੰਡਸਟਰੀ, ਉਹ ਭੇਦਭਾਵ ਕਰ ਰਹੀ ਆ। ਥੋੜ੍ਹਾ ਜਿਹਾ ਸੁਣਨਾ ਸਰਪ੍ਰਾਈਜ਼ਿੰਗਲੀ ਲੱਗਦਾ ਨਾ ਆਪਾਂ ਨੂੰ। ਇੱਦਾਂ ਹੀ ਉਹਨਾਂ ਨੂੰ ਵੀ ਲੱਗਿਆ ਸੀਗਾ ਸੁਧਾ ਮੂਰਤੀ ਜੀ ਨੂੰ। ਨੈਕਸਟ ਪੈਰਾਗ੍ਰਾਫ। ਆਈ ਪੋਸਟਡ ਦਾ ਲੈਟਰ ਐਂਡ ਫੋਰਗੋਟ ਅਬਾਊਟ ਇਟ। ਕਹਿੰਦੇ ਮੈਂ ਲੈਟਰ ਪੋਸਟ ਕਰ ਦਿੱਤਾ ਅਤੇ ਮੈਂ ਭੁੱਲ ਗਈ ਕਿ ਮੈਂ ਲੈਟਰ ਕਿਸੇ ਨੂੰ ਭੇਜਿਆ ਜਾਂ ਵਟਸੋਐਵਰ। ਲੈਸ ਦੈਨ 10 days later। 10 ਦਿਨਾਂ ਤੋਂ ਅਗਲੇ, ਜਦੋਂ ਲੈਟਰ ਪੋਸਟ ਕੀਤਾ ਉਸ ਤੋਂ ਨੈਕਸਟ 10 days ਦੇ ਵਿੱਚ ਆਈ ਰਿਸੀਵਡ ਅ ਟੈਲੀਗ੍ਰਾਮ। ਮੈਨੂੰ ਇੱਕ ਟੈਲੀਗ੍ਰਾਮ ਮਿਲਦਾ। ਟੈਲੀਗ੍ਰਾਮ ਹੁੰਦੀ ਤਾਰ। ਇਹ ਇੱਕ ਛੋਟਾ ਜਿਹਾ ਨੋਟ ਹੁੰਦਾ ਆ, ਇਹਦੇ ਵਿੱਚ ਜਸਟ ਮੇਨ ਇਨਫੋਰਮੇਸ਼ਨ ਹੀ ਲਿਖੀ ਹੁੰਦੀ ਆ। stating that I had to appear for an interview at Telco's Pune office at the company's expense। ਕਹਿੰਦੇ ਮੈਨੂੰ ਇੱਕ ਟੈਲੀਗ੍ਰਾਮ ਮਿਲਦਾ ਜਿਹਦੇ ਵਿੱਚ ਲਿਖਿਆ ਹੁੰਦਾ ਕਿ ਮੈਨੂੰ ਇੰਟਰਵਿਊ ਦੇ ਲਈ ਟੈਲਕੋ ਕੰਪਨੀ 'ਚ ਜਾਣਾ ਪਊਗਾ ਜਿਹੜੀ ਕਿ ਪੂਨੇ ਆ, ਠੀਕ ਹੈ, ਔਰ ਉਹਨਾਂ ਦੇ ਆਫਿਸ ਦੇ ਵਿੱਚ। ਕਹਿੰਦੇ ਬਸ ਇੱਦਾਂ ਆ ਕਿ ਉੱਥੇ ਕੀ ਆ, ਉੱਥੇ ਦੇ ਜਿਹੜੇ ਐਕਸਪੈਂਸ ਆ ਉਹ ਵੀ ਕੀ ਹੈਗੇ ਆ,
ਉਹਨਾਂ ਨੇ ਸੌਰੀ ਮੈਨੂੰ ਆਪਣੇ ਹੀ ਐਕਸਪੈਂਸਿਸ 'ਤੇ ਬੁਲਾਉਣਾ ਆ, ਮੀਨਸ ਕਿ ਮੈਨੂੰ ਕੋਈ ਖਰਚਾ ਵੀ ਨਹੀਂ ਦੇਣਾ ਪਊਗਾ, ਮੇਰੇ ਜਾਣ ਦਾ ਖਰਚਾ ਵੀ, ਉਹਨਾਂ ਦਾ ਉੱਥੇ ਰਹਿਣ ਦਾ ਵੀ, ਐਂਡ ਵਟਸ ਐਵਰ, ਮੀਨਸ ਕਿ ਫ੍ਰੀ ਆਫ ਕਾਸਟ ਮੈਂ ਉੱਥੇ ਜਾਣਾ ਆ ਅਤੇ ਉਹਨਾਂ ਨੇ ਮੇਰੀ ਇੰਟਰਵਿਊ ਲੈਣੀ ਆ। ਨੈਕਸਟ ਲਾਈਨ ਇਜ਼ I was taken aback by the telegram. Aback means shocked, surprised, हैरान होना, कि मैं बड़ी हैरान हो जाती हैं इस टेलीग्राम ਨੂੰ देख के। My hostel mates told me I should use the opportunity to go to Pune free of cost and buy them the famous Pune sarees for cheap. ਇੱਥੇ ਥੋੜਾ ਜਿਹਾ ਨੀਚੇ ਮਿਸਿੰਗ ਆ, ਇੱਥੇ ਲਿਖਿਆ ਆ ਐਂਡ ਬਾਏ ਦੈਮ ਦਾ ਫੇਮਸ ਪੂਨੇ ਸਾਰੀਜ਼ ਫॉर ਚੀਪ। ਕਹਿੰਦੇ ਮੇਰੀਆਂ ਫਰੈਂਡਸ ਹੋਸਟਲ ਮੇਟਸ ਜਿਹੜੀਆਂ ਸੀ ਉਹ ਮੈਨੂੰ ਕਹਿੰਦੀਆਂ ਆ ਕਿ ਤੈਨੂੰ ਇਸ ਓਪਰਚੁਨਿਟੀ ਨੂੰ, ਇਸ ਮੌਕੇ ਨੂੰ ਗਵਾਉਣਾ ਨਹੀਂ ਚਾਹੀਦਾ, ਵੀ ਜੇ ਤੈਨੂੰ ਫ੍ਰੀ ਆਫ ਕਾਸਟ ਪੂਨੇ ਜਾਣ ਦਾ ਮੌਕਾ ਮਿਲ ਰਿਹਾ ਤਾਂ ਤੈਨੂੰ ਜਾਣਾ ਚਾਹੀਦਾ। ਨਾਲ ਹੀ ਨਾਲ ਉਹ ਸਾਰੀਆਂ ਕਹਿੰਦੀਆਂ ਕਿ ਸਾਡੇ ਲਈ ਪੂਨੇ ਦੀਆਂ ਸਪੈਸ਼ਲ ਅਤੇ ਫੇਮਸ ਸਾੜੀਆਂ ਲੈ ਕੇ ਆਈ ਜਿਹੜੀਆਂ ਕਿ ਚੀਪ ਪ੍ਰਾਈਸ 'ਤੇ ਮਿਲਦੀਆਂ ਆ, ਠੀਕ ਆ। ਔਰ ਨੈਕਸਟ ਆ ਜੀ, ਨੈਕਸਟ ਹੈ ਆਪਣਾ I collected